ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਸ੍ਰੀ ਰਾਗ ਬਾਣੀ ਭਗਤ ਬੇਣੀ ਜਿਉ ਕੀ, ਪੈਰਿਆਂ ਕੇ ਕਰ ਗਾਵਣਾ। ਏਕੰਕਾਰ ਸਤਿਗੁਰੂ ਪ੍ਰਸਾਦ, ਰੇ ਨਰ ਗਰਭ ਕੰਡੁਲ ਜਬ ਆਛਤ, ਉਰਦ ਧਿਆਨ ਲਿਵ ਲਾਗਾ। ਮ੍ਰਿਤਕ ਪਿੰਡ ਪਦ ਮਦ ਨਾ, ਐਨਸ ਏਕ ਅਗਿਆਨ ਸੋ ਨਾਗਾ। ਤੈ ਦਿਨ ਸਮਲ ਕਸ਼ਟ ਮੁਖ ਮਹਾਂ ਦੁਖ, ਅਬ ਚਿਤ ਅਦਕ ਪਸਾਰਿਆ। ਗਰਭ ਛੋੜ ਮਿੱਤਰ ਮੰਡਲ ਆਇਆ, ਤਿਉ ਨਰ ਹਰ ਮਨੋ ਵਿਸਾਰਿਆ। ਫਿਰ ਪਛਤਾਏਗਾ ਮੂੜਿਆ, ਤੂੰ ਕਵਨ ਕਮੁਤ ਭ੍ਰਮ ਲਾਗਾ। ਚੇਤ ਰਾਮ ਨਾਹੀ ਜਮ ਪਰ ਜਾਏਗਾ, ਜਨ ਵਿਚਰੇ ਅਨਰਾਧਾ ਰਹਾਓ। ਬਾਲ ਵਿਨੋਦ ਚਿੰਤ ਰਸ ਲਾਗਾ, ਖਿਨ ਖਿਨ ਮੋਹ ਵਿਆਪੇ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤਿਉ ਪੰਚ ਪ੍ਰਗਟ ਸੰਤਾਪੇ। ਜਪ ਤਪ ਸੰਜਮ ਛੋੜ ਸਰਕ੍ਰਿਤ ਮਤ, ਰਾਮ ਨਾਮ ਨਾ ਅਰਾਧਿਆ। ਉਛਲਿਆ ਕਾਮ ਕਾਲ ਮਤ ਲਾਗੀ, ਤਿਉ ਆਨ ਸਖਤ ਗਲ ਬਾਂਧਿਆ। ਤਰਨ ਤੇਜ ਪਰ ਤ੍ਰੈ ਮੁਖ ਜੋਏ, ਸਰ ਅਪਸਰ ਨਾ ਪਛਾਣਿਆ। ਉਨਮਤ ਕਾਮ ਮਹਾਂ ਬਿਖ ਭੂਲੇ, ਪਾਪ ਪੁਨ ਨਾ ਪਛਾਣਿਆ। ਸੁਤ ਸੰਪਤ ਦੇਖ ਇਹ ਮਨ ਗਰਬਿਆ, ਰਾਮ ਹਿਰਦੇ ਤੇ ਖੋਇਆ। ਅਵਰ ਮਰਤ ਮਾਇਆ ਝੂਠ ਮਨ ਤੋਲੇ, ਤੋ ਪਗ ਮੁਖ ਜਨਮ ਵਿਗੋਇਆ। ਪੁੰਡਰ ਕੇਸ ਕੁਸਮ ਤੇ ਤੌਲੇ, ਸੰਪਤ ਪਤਾਲ ਕੀ ਬਾਣੀ। ਲੋਚਨ ਸਮਰੈ ਬੁੱਧ ਬਲ ਨਾਠੀ, ਤਾਂ ਕਾਮ ਪਵਸ ਮਦਾਣੀ। ਤਾਂ ਤੇ ਬਿਖੇ ਪਈ ਮਤ ਪਾਵਸ, ਕਾਇਆ ਕਮਲ ਕੁਮਲਾਣਾ। ਅਵਗਤ ਬਾਣ ਛੋੜ ਮਿੱਤਰ ਮੰਡਲ, ਤਿਉ ਪਾਛੇ ਪਛਤਾਣਾ। ਨਿਕੁਟੀ ਦੇ ਦੇਖ ਤੁਨ ਬੁਝੇ, ਮਾਨ ਕਰਤ ਨਹੀਂ ਬੂਝੇ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੇ। ਥਾਕਾ ਤੇਜ ਉਡਿਆ ਮਨ ਪੰਖੀ, ਕਰ ਆਂਗਨ ਨਾ ਸੁਖਾਈ। ਬੈਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੇ। ਥਾਕਾ ਤੇਜ ਉਡਿਆ ਮਨ ਪੰਖੀ, ਕਰ ਆਂਗਨ ਨਾ ਸੁਖਾਈ। ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਗੁਰੂ ਜੀ ਕਹਿੰਦੇ ਹਨ ਕਿ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਬਾਰੇ ਕੀਰਤਨ ਕਰਨ ਵਾਲਿਆਂ ਨੂੰ ਹਦਾਇਤ ਕਰਦੇ ਹਨ ਕਿ ਇਸ ਸ਼ਬਦ ਨੂੰ ਗੁਰੂ ਨਾਨਕ ਦੇਵ ਜੀ ਦੇ ਰਚੇ ਪੈਰਿਆਂ ਦੇ ਸੁਰ ਵਿੱਚ ਗਾਇਆ ਜਾਏ। ਭਾਵ ਪੈਰਿਆਂ ਦੇ ਘਰ ਗਾਵਣਾ, ਪੈਰਿਆਂ ਕੇ ਘਰ ਗਾਵਣਾ। ਇਹ ਪੈਰਿਆਂ ਦੇ ਘਰ ਦੀ ਧੁਨ ਅਨੁਸਾਰ ਗਾਉਣੀ ਚਾਹੀਦੀ ਹੈ। ਗੁਰੂ ਜੀ ਭਗਤ ਜੀ ਦੱਸਦੇ ਹਨ, ਕਹਿੰਦੇ ਹਨ ਕਿ ਹੇ ਮਨੁੱਖ, ਜਦੋਂ ਤੂੰ ਮਾਂ ਦੇ ਪੇਟ ਵਿੱਚ ਸੈਂ, ਤਦੋਂ ਤੇਰੀ ਸੁਰਤ ਉੱਚੇ ਪ੍ਰਭੂ ਦੇ ਧਿਆਨ ਵਿੱਚ ਜੁੜੀ ਰਹਿੰਦੀ ਸੀ ਅਤੇ ਉਦੋਂ ਤੈਨੂੰ ਸਰੀਰ ਦੀ ਹੋਣ ਦਾ ਹੰਕਾਰ ਨਹੀਂ ਸੀ। ਦਿਨੇ ਰਾਤ ਇੱਕ ਪ੍ਰਭੂ ਨੂੰ ਸਿਮਰਦਾ ਸੈਂ। ਤੇਰੇ ਅੰਦਰ ਅਗਿਆਨ ਦੀ ਅਣਹੋਂਦ ਸੀ। ਫਿਰ ਭਗਤ ਜੀ ਕਹਿੰਦੇ ਹਨ ਕਿ ਹੇ ਮਨੁੱਖ, ਉਹ ਦਿਨ ਹੁਣ ਚੇਤੇ ਕਰ, ਤਦੋਂ ਤੈਨੂੰ ਬੜੇ ਕਲੇਸ਼ ਅਤੇ ਤਕਲੀਫਾਂ ਸਨ, ਪਰ ਹੁਣ ਤੂੰ ਆਪਣੇ ਮਨ ਨੂੰ ਦੁਨੀਆ ਦੇ ਜੰਜਾਲ ਵਿੱਚ ਬਹੁਤ ਫਸਾ ਰੱਖਿਆ ਹੈ ਅਤੇ ਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਸੰਸਾਰ ਵਿੱਚ ਆਇਆ ਹੈ, ਤਦੋਂ ਤੋਂ ਹੀ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ। ਫਿਰ ਭਗਤ ਜੀ ਕਹਿੰਦੇ ਹਨ ਕਿ ਹੇ ਮੂਰਖ, ਤੂੰ ਕਿਹੜੀ ਮੱਤੇ
ਕਿਹੜੇ ਭੁਲੇਖੇ ਵਿੱਚ ਲੱਗਿਆ ਹੋਇਆ ਹੈ। ਸਮਾਂ ਹੱਥੋਂ ਗਵਾ ਕੇ ਤੂੰ ਆਪਣੇ ਹੱਥਾਂ ਨੂੰ ਮਲੇਂਗਾ। ਇਸ ਲਈ ਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿੱਚ ਧੱਕਿਆ ਜਾਏਗਾ। ਤੂੰ ਇਸ ਤਰ੍ਹਾਂ ਫਿਰਦਾ ਹੈ ਜਿਵੇਂ ਕਈ ਅਮੋੜ ਬੰਦਾ, ਭਾਵ ਹੰਕਾਰੀ ਬੰਦਾ ਫਿਰਦਾ ਹੈ। ਪਹਿਲਾਂ ਤੂੰ ਆਪਣੇ ਬਾਲਪਨਾਂ ਦੀਆਂ ਖੇਡਾਂ ਦੇ ਧਿਆਨ ਵਿੱਚ, ਸਵਾਦ ਵਿੱਚ ਲੱਗਾ ਰਿਹਾ ਤੇ ਸਦਾ ਇਹਨਾਂ ਦੇ ਹੀ ਮੋਹ ਪਿਆਰ ਵਿੱਚ ਫਸਿਆ ਰਿਹਾ। ਅਤੇ ਹੁਣ ਜਦੋਂ ਤੂੰ ਮਾਇਆ ਰੂਪ ਜ਼ਹਿਰ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚਖਿਆ, ਤਦੋਂ ਤੈਨੂੰ ਪੰਜੇ ਕਾਮਾਦਾਇਕ ਖੁੱਲ੍ਹੇ ਤੌਰ 'ਤੇ ਸਤਾ ਰਹੇ ਹਨ। ਇਸ ਕਰਕੇ ਪੰਜ ਵਿਕਾਰ ਪ੍ਰਗਟ ਹੋ ਕੇ ਦੁੱਖ ਦੇਣ ਲੱਗ ਪਏ ਹਨ। ਜਪ, ਤਪ, ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈ। ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ। ਤੇਰੇ ਅੰਦਰ ਕਾਮ ਜ਼ੋਰਾਂ ਵਿੱਚ ਹੈ। ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ। ਜਦੋਂ ਕਾਮ ਦੀ ਭਾਵਨਾ ਨੇ ਉਛਾਲਾ ਮਾਰਿਆ ਤਾਂ ਤੇਰੀ ਬੁੱਧ ਨੂੰ ਕਾਲਖ ਲੱਗ ਗਈ, ਭਾਵ ਤੇਰੀ ਬੁੱਧੀ ਭ੍ਰਿਸ਼ਟ ਹੋ ਗਈ ਅਤੇ ਇਸਤਰੀ ਨੂੰ ਤੂੰ ਲਿਆ ਕੇ ਗ੍ਰਹਿਸਥ ਦੇ ਬੰਧਨ ਨੂੰ ਗਲ ਵਿੱਚ ਪਾ ਲਿਆ। ਹੁਣ ਤੇਰੇ ਅੰਦਰ ਜਵਾਨੀ ਦਾ ਜੋਸ਼ ਹੈ। ਪਰਾਈਆਂ ਇਸਤਰੀਆਂ ਦੇ ਮੂੰਹ ਤੱਕਦਾ ਫਿਰਦਾ ਹੈ। ਵੇਲਾ ਕਵੇਲਾ ਵੀ ਤੂੰ ਉਸ ਨੂੰ ਸਮਝਦਾ ਨਹੀਂ, ਭਾਵ ਚੰਗੇ ਮੰਦੇ ਦੀ ਤੈਨੂੰ ਪਛਾਣ ਨਹੀਂ ਰਹੀ। ਤੂੰ ਕਾਮ ਵਿੱਚ ਮਸਤ ਹੋਇਆ ਅਤੇ ਪ੍ਰਬਲ ਮਾਇਆ ਵਿੱਚ ਭੁੱਲੇ ਹੋਇਆ ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ, ਭਾਵ ਉਸ ਦੀ ਪਛਾਣ ਹੀ ਨਹੀਂ ਰਹੀ। ਪੁੱਤਰਾਂ ਨੂੰ, ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ। ਰਾਮ ਦੇ ਨਾਮ ਨੂੰ ਤੂੰ ਹਿਰਦੇ ਵਿੱਚੋਂ ਵਿਸਾਰ ਬੈਠਾ ਹੈ। ਫਿਰ ਭਗਤ ਜੀ ਕਹਿੰਦੇ ਹਨ ਕਿ ਹੋਰਨਾਂ ਸੰਬੰਧੀਆਂ ਦੇ ਮਰ ਜਾਣ 'ਤੇ ਤੇਰਾ ਮਨ ਇਹ ਜਾਂਚ ਪੜਤਾਲ ਕਰਦਾ ਹੈ ਕਿ ਕਿੰਨੀ ਕੁ ਮਾਇਆ ਮਿਲੇਗੀ। ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ ਮਨੁੱਖਾ ਜਨਮ ਅਜਾਈਂ ਗਵਾ ਲਿਆ ਹੈ, ਭਾਵ ਤੂੰ ਅੰਦਾਜ਼ਾ ਲਗਾਉਂਦਾ ਰਿਹਾ ਕਿ ਮੇਰੇ ਹਿੱਸੇ ਵਿੱਚ ਕਿਤਨੀ ਮਾਇਆ ਆਵੇਗੀ। ਇਸ ਤਰ੍ਹਾਂ ਯੋਨੀ ਅਤੇ ਮੁੱਖ ਦੇ ਸਵਾਦ ਵਿੱਚ ਆਪਣਾ ਤੂੰ ਸਾਰਾ ਜਨਮ ਗਵਾ ਦਿੱਤਾ। ਫਿਰ ਭਗਤ ਜੀ ਕਹਿੰਦੇ ਹਨ ਕਿ ਹੁਣ ਤੇਰੇ ਕੇਸ ਚਿੱਟੇ ਕਮਲ ਫੁੱਲ ਤੋਂ ਵੀ ਵਧੇਕ ਚਿੱਟੇ ਹਨ। ਤੇਰੀ ਆਵਾਜ਼ ਬਹੁਤ ਮੱਧਮ ਹੋ ਗਈ ਹੈ, ਮਾਨੋ ਸੱਤਵੇਂ ਪਤਾਲ ਤੋਂ ਆਉਂਦੀ ਹੋਵੇ। ਤੇਰੀਆਂ ਅੱਖਾਂ ਵਿੱਚ ਪਾਣੀ, ਭਾਵ ਅੱਖਾਂ ਵਿੱਚੋਂ ਪਾਣੀ ਸਿਮਰ ਰਿਹਾ ਹੈ। ਤੇਰੀ ਚਤੁਰਾਈ ਵਾਲੀ ਬੁੱਧੀ ਕਮਜ਼ੋਰ ਹੋ ਚੁੱਕੀ ਹੈ, ਤਾਂ ਵੀ ਤੇਰੀ ਕਾਮ ਦੀ ਵਧਾਣੀ ਤੇਰੇ ਅੰਦਰ ਪੈ ਰਹੀ ਹੈ, ਭਾਵ ਅਜੇ ਵੀ ਕਾਮ ਦੀਆਂ ਵਾਸ਼ਨਾਵਾਂ ਜ਼ੋਰਾਂ ਵਿੱਚ ਹਨ, ਜਿਸ ਕਰਕੇ ਤੇਰੀ ਬੁੱਧੀ ਵਿੱਚ ਵਾਸ਼ਨਾਵਾਂ ਦੀ ਵਿਸ਼ ਨੇ ਮਾਨੋ ਝੜੀ ਹੀ ਲਗਾ ਦਿੱਤੀ ਹੈ। ਇਹਨਾਂ ਹੀ ਵਾਸ਼ਨਾਵਾਂ ਦਾ ਕਾਰਨ ਤੇਰੀ ਬੁੱਧ ਵਿੱਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ। ਤੇਰਾ ਸਰੀਰ ਰੂਪ ਕਮਲ ਦਾ ਫੁੱਲ ਕੁਮਲਾ ਗਿਆ ਹੈ। ਫਿਰ ਭਗਤ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਆ ਕੇ
ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈ। ਸਮਾਂ ਵਿਆਹ ਜਾਣ ਤੇ ਪਿੱਛੋਂ ਪਛਤਾਏਗਾ। ਫਿਰ ਭਗਤ ਜੀ ਕਹਿੰਦੇ ਹਨ ਕਿ ਨਿੱਕੇ ਨਿੱਕੇ ਬਾਲ ਪੁੱਤਰ ਪੋਤਰੇ ਵੇਖ ਕੇ ਮਨੁੱਖ ਦੇ ਮਨ ਵਿੱਚ ਉਹਨਾਂ ਲਈ ਮੋਹ ਪੈਦਾ ਹੁੰਦਾ ਹੈ ਅਤੇ ਉਹ ਇਸ ਦਾ ਹੰਕਾਰ ਕਰਦਾ ਹੈ, ਪਰ ਇਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਭ ਕੁਝ ਮੈਂ ਇੱਥੇ ਹੀ ਛੱਡ ਜਾਣਾ ਹੈ। ਤੈਨੂੰ ਅੱਖਾਂ ਤੋਂ ਦਿਸਣੋਂ ਰਹਿ ਜਾਂਦਾ ਹੈ, ਫਿਰ ਵੀ ਤੂੰ ਹੋਰ ਜਿਉਣ ਦੀ ਲਾਲਸਾ ਕਰਦਾ ਰਹਿੰਦਾ ਹੈ। ਆਖਿਰ ਸਰੀਰ ਦਾ ਬਲ ਮੁੱਕ ਜਾਂਦਾ ਹੈ ਤੇ ਜਦੋਂ ਜੀਵ ਰੂਪ ਆਤਮਾ ਸਰੀਰ ਵਿੱਚੋਂ ਉੱਡ ਜਾਂਦੀ ਹੈ, ਤਦੋਂ ਮੁਰਦਾ ਸਰੀਰ ਦੀ ਦੇਹ ਘਰ ਵਿੱਚ ਵਿਹੜੇ ਵਿੱਚ ਪਈ ਹੋਈ ਚੰਗੀ ਨਹੀਂ ਲੱਗਦੀ। ਫਿਰ ਭਗਤ ਬੇਣੀ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ, ਜੇ ਮਨੁੱਖ ਦੀ ਸਾਰੀ ਜ਼ਿੰਦਗੀ ਵਿੱਚ ਇਹੀ ਹਾਲ ਰਿਹਾ, ਭਾਵ ਜਿਉਂਦਿਆਂ ਕਿਸੇ ਵੇਲੇ ਵੀ ਵਿਕਾਰਾਂ ਤੋਂ ਮੋਹ ਤੋਂ ਮੁਕਤ ਨਾ ਹੋਇਆ, ਜੇ ਜੀਵਨ ਮੁਕਤ ਨਾ ਹੋਇਆ, ਤਾਂ ਇਹ ਸੱਚ ਜਾਣੋ ਕਿ ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ। ਇਸ ਸ਼ਬਦ ਵਿੱਚ ਭਗਤ ਬੇਣੀ ਜੀ ਦੱਸਦੇ ਹਨ ਕਿ ਜੀਵ ਰੂਪ ਵਣਜਾਰੇ ਨੂੰ ਮੋਹ ਮਾਇਆ ਤੋਂ ਮੁਕਤ ਹੋਣ ਲਈ ਉਪਦੇਸ਼ ਦਿੱਤਾ ਹੈ। ਤਿਵੇਂ ਹੀ ਇਸ ਸ਼ਬਦ ਵਿੱਚ ਮਨੁੱਖ ਨੂੰ ਕਸ਼ਟ ਵਾਲੇ ਦਿਨਾਂ ਦਾ ਅਤੇ ਉਸਦੇ ਵਿਰਲਾਪ ਵਾਲੀ ਹਾਲਤ ਦਾ ਚੇਤਾ ਕਰਵਾ ਕੇ ਇਸ ਦੀ ਸੁਰਤ ਨੂੰ ਸੰਸਾਰ ਦੀ ਸਮੱਗਰੀ ਅਤੇ ਸਾਖ ਸੰਬੰਧੀਆਂ ਵਿੱਚੋਂ ਕੱਢ ਕੇ ਸਿਮਰਨ ਵੱਲ ਪ੍ਰੇਰਨ ਦਾ ਯਤਨ ਕੀਤਾ ਹੈ। ਬਾਲ, ਜਵਾਨੀ ਅਤੇ ਬਿਰਧ ਅਵਸਥਾਵਾਂ ਦਾ ਸਾਰਾ ਨਕਸ਼ਾ ਖਿੱਚ ਕੇ ਇਸ ਦੀ ਪਦਾਰਥਵਾਦੀ ਬਿਰਤੀ ਤੇ ਬਹੁਤ ਜੀਵਨ ਦੀ ਇੱਛਾ ਵੇਖ ਕੇ ਇਸ ਨੂੰ ਰਹਾਉ ਵਾਲੀ ਪੰਕਤੀ ਦੁਆਰਾ ਇਸ ਤਰ੍ਹਾਂ ਦੱਸਿਆ ਹੈ। ਫਿਰ ਪਛਤਾਏਗਾ ਮੂੜਿਆ, ਤੂੰ ਕਵਨ ਕੁਮਿਤ ਭ੍ਰਮ ਲਾਗਾ, ਚੇਤ ਰਾਮ ਨਾਹੀਂ ਜੰਪਰ ਜਾਏਗਾ, ਜਨ ਵਿਚਰੇ ਅਨੁਰਾਧਾ। ਸਾਰੇ ਸ਼ਬਦ ਦਾ ਮੁੱਖ ਸਿਧਾਂਤ ਇਹੋ ਹੈ ਕਿ ਇੱਕ ਪਰਮਾਤਮਾ ਦੇ ਸਿਮਰਨ ਤੋਂ ਵਿਹੂਣੇ ਮਨੁੱਖ ਨੂੰ ਜੰਪੁਰੀ ਦਾ ਦੁੱਖ ਸਹਾਰਨਾ ਹੀ ਪਵੇਗਾ। ਕੇਵਲ ਸਰੀਰ ਛੱਡ ਜਾਣ ਤੇ ਹੀ ਖਲਾਸੀ ਨਹੀਂ ਮਿਲਦੀ, ਮੁਕਤ ਨਹੀਂ ਹੋ ਜਾਈਦਾ। ਇਹ ਤਾਂ ਸੰਸਾਰ ਨੂੰ ਭੁਲੇਖਾ ਹੈ ਤੇ ਅਸਲੀਅਤ ਦੇ ਉਲਟ ਹੈ। ਬੇਣੀ ਫਿਰ ਗੁਰੂ ਜੀ ਕਹਿੰਦੇ ਹਨ, ਭਗਤ ਜੀ ਕਹਿੰਦੇ ਹਨ, ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਇਹ ਸਥੂਲ ਸਰੀਰ ਛੱਡਣ ਨਾਲ ਇਸ ਦਾ ਸੰਸਾਰੀ ਦੁੱਖਾਂ ਤੋਂ ਛੁਟਕਾਰਾ ਤਾਂ ਹੋ ਜਾਂਦਾ ਹੈ, ਪਰ ਭਗਤੀ ਤੋਂ ਬਿਨਾਂ ਕਰਮ ਫਲ ਭੁਗਤਣਾ ਹੀ ਪੈਂਦਾ ਹੈ, ਜੋ ਕਿ ਕਿਸੇ ਸੂਰਤ ਵਿੱਚ ਵੀ ਟਲ ਨਹੀਂ ਸਕਦਾ। ਗੁਰਬਾਣੀ ਜੀਵ ਨੂੰ ਮਰਨ ਮੁਕਤ ਦਾ ਉਪਦੇਸ਼ ਨਹੀਂ ਦਿੰਦੀ, ਸਗੋਂ ਜੀਵਨ ਮੁਕਤ ਹੋਣ ਦੀ ਜੁਗਤੀ ਸਿਖਾਉਂਦੀ ਹੈ। ਜੀਵਨ ਮੁਕਤ ਦੀ ਜਾਂਚ ਸਿੱਖੇ ਬਿਨਾਂ ਕੋਈ ਪ੍ਰਾਣੀ ਜੀਵਨ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।